A very warm wishes to all of you. So dear student, as we all know that your first term syllabus was completed and now it's turn for revision of accountancy. So I am going to start your first chapter again so that you all revise your all concept regarding the accountancy, and those students who are new in commerce group, they clear their concept so that they easily understand that what do you mean by accounting and how can we prepare a all account according to the accountancy subject. So let us start with the introduction of accounting. So first of all bete I want to explain that what do you mean by accounting. So accounting is a systematic process of identifying, measuring, recording, classifying, summarizing, interpretation and communicating financial information to the user. सो बेटे ਜਦੋਂ ਅਸੀਂ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਸਿਸਟਮੈਟਿਕ ਵੇ ਦੇ ਨਾਲ ਅਸੀਂ ਇਹ ਵੇਖਦੇ ਹਾਂ ਕਿ ਅਸੀਂ ਜਿਹੜੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਮਤਲਬ ਜਿਹੜੀ ਮਨੀ ਦੀਆਂ ਇਨਫੋਰਮੇਸ਼ਨ ਆ ਉਹ ਆਪਣੇ ਯੂਜ਼ਰਸ ਕੋਲੋਂ ਕਿਸ ਤਰੀਕੇ ਨਾਲ ਲੈਣੀ ਆ। ਫਸਟ ਆਫ ਆਲ ਅਸੀਂ ਆਇਡੈਂਟੀਫਾਈ ਕਰਦੇ ਹਾਂ ਕਿ ਸਾਨੂੰ ਫਾਈਨਾਂਸ ਕਿੱਥੋਂ ਮਿਲੇਗਾ, ਦੈਨ ਅਸੀਂ ਮੈਜ਼ਰ ਕਰਦੇ ਹਾਂ ਕਿ ਹਾਊ ਮਚ ਫਾਈਨਾਂਸ ਆਰ ਅਵੇਲੇਬਲ ਫॉर ਅਸ, ਦੈਨ ਅਸੀਂ ਉਸ ਫਾਈਨਾਂਸ ਨੂੰ ਰਿਕਾਰਡ ਕਰਦੇ ਹਾਂ ਆਪਣੀਆਂ ਬੁੱਕਸ ਆਫ ਅਕਾਊਂਟ ਦੇ ਵਿੱਚ। ਰਿਕਾਰਡ ਕਰਨ ਤੋਂ ਬਾਅਦ ਅਸੀਂ ਉਹਨੂੰ ਕਲਾਸੀਫਾਈ ਕਰਦੇ ਹਾਂ ਕਿ ਸਾਡੇ ਕੋਲ ਕਿਸ ਪਰਸਨ ਦੇ ਕੋਲੋਂ ਕਿੰਨਾ ਅਮਾਊਂਟ ਜਿਹੜਾ ਆ ਉਹ ਆਇਆ ਹੈ। ਅਗਰ ਕੋਈ ਪਾਰਟਨਰ ਇਹ ਆ ਅਤੇ ਉਹਨੇ ਸਾਨੂੰ ਉਹਦੇ ਕੋਲੋਂ ਸਾਡੇ ਕੋਲ ਨੂੰ ਕਿੰਨਾ ਫਾਈਨਾਂਸ ਆਇਆ, ਕਿੰਨੀ ਮਨੀ ਆਈ ਅਤੇ ਅਸੀਂ ਉਹਨੂੰ ਦੇਣੀ ਕਿੰਨੀ ਆ। ਮਤਲਬ ਅੰਡਰ ਈਚ ਹੈਡ ਹਰ ਇੱਕ ਪਰਸਨ ਦੀ ਅਸੀਂ ਪਰਟੀਕੂਲਰਲੀ ਉਹਨੂੰ ਡਿਵਾਈਡ ਕਰ ਦਿੰਦੇ ਹਾਂ ਇਨ ਬਿਟਵੀਨ ਦਾ ਵੇਰੀਅਸ ਗਰੁੱਪ। ਉਸ ਤੋਂ ਬਾਅਦ ਅਸੀਂ ਉਹਨੂੰ ਸਮਰਾਈਜ਼ ਕਰਦੇ ਹਾਂ, ਸਮਰੀ ਲੈ ਕੇ ਆਉਂਦੇ ਹਾਂ ਕਿ ਸਾਡੇ ਕੋਲ ਕਿੰਨੀ ਮਨੀ ਸਾਲ ਦੇ ਐਂਡ ਦੇ ਵਿੱਚ ਆਈ ਹੈ ਅਤੇ ਸਾਡੇ ਕੋਲੋਂ ਕਿੰਨੀ ਮਨੀ ਜਿਹੜੀ ਹੈ ਸਾਲ ਦੇ ਐਂਡ ਦੇ ਵਿੱਚ ਗਈ ਹੈ। ਓਕੇ, ਦੈਨ ਇੰਟਰਪ੍ਰੇਟਿੰਗ ਮਤਲਬ ਰਿਜ਼ਲਟ, ਫਾਈਂਡ ਆਊਟ ਦਾ ਪ੍ਰੋਫਿਟ ਐਂਡ ਲਾਸ ਫਰੋਮ ਦਾ ਫਾਈਨੈਂਸ਼ੀਅਲ ਇਨਫੋਰਮੇਸ਼ਨ। Then we communicate that information to our user who are directly or indirectly attached with us. So let us start with the meaning of accounting. Accounting can be defined as a process of reporting, recording, interpreting, summarizing economical data. Economical data means the concept of money, financial data ਜਿਹੜਾ ਕਿ all ਕਿਹਦੇ concept ਦੇ ਵਿੱਚ ਆਏਗਾ, money ਦੀ term ਦੇ ਵਿੱਚ। The introduction of accounting help the decision maker of company to make effective choice by providing information on the financial status of the business. Today accounting is used for everyone and a good understanding it is a beneficial to all. Accountancy act as a language of finance. As we all know that all the transactions which are recorded in the accounting that are in the term of finance. So we can say that accountancy act as a language of finance. मतलब accountancy सिर्फ ਲੈਂਗੁਏਜ ਕਰਦੀ ਆ ਫਾਈਨਾਂਸ ਦੀ, ਮਨੀ ਦੀ ਲੈਂਗੁਏਜ ਆ ਜਿਹਦੇ ਵਿੱਚ ਅਸੀਂ ਮਨੀ ਨੂੰ ਰਿਕਾਰਡ ਕਰਦੇ ਹਾਂ, ਮਨੀ ਦੀ ਹੀ ਰਿਪੋਰਟਿੰਗ ਕਰਦੇ ਹਾਂ। ਦੈਨ ਅਸੀਂ ਉਹਨੂੰ ਰਿਕਾਰਡ ਕਰਦੇ, ਰਿਪੋਰਟਿੰਗ ਮਤਲਬ ਅਸੀਂ ਵੇਖਦੇ ਹਾਂ ਕਿ ਹਾਊ ਮਚ ਮਨੀ ਆਰ ਦੇਅਰ ਅਵੇਲੇਬਲ ਇਨ ਦਾ ਬਿਜ਼ਨਸ। ਆਫਟਰ ਦੈਟ ਅਸੀਂ ਉਹਨੂੰ ਰਿਕਾਰਡ ਕਰਦੇ ਹਾਂ, ਦੈਨ ਅਸੀਂ ਉਹਨੂੰ ਇੰਟਰਪ੍ਰੇਟ ਕਰਦੇ ਹਾਂ। ਰਿਕਾਰਡ ਕਰਨ ਤੋਂ ਬਾਅਦ ਇੰਟਰਪ੍ਰੇਟ ਦਾ ਮਤਲਬ ਹੁੰਦਾ ਆ ਫਾਈਂਡ ਆਊਟ ਦਾ ਰਿਜ਼ਲਟ ਵੈਦਰ ਦੇਰ ਇਜ਼ ਅ ਪ੍ਰੋਫਿਟ or loss to the business. Okay, and after that ਉਹਨੂੰ ਅਸੀਂ ਕੀ ਕਰਦੇ ਹਾਂ, ਸਮਰਾਈਜ਼ ਕਰਦੇ ਹਾਂ। ਠੀਕ ਆ, ਸਮਰਾਈਜ਼ ਕਰਕੇ ਸਾਰੀ ਦੀ ਸਾਰੀ ਸਮਰੀ ਜਿਹੜੀ ਆ ਉਹ ਅਸੀਂ ਕਿਹਨਾਂ ਨੂੰ ਅਵੇਲ ਕਰਵਾਉਂਦੇ ਹਾਂ, ਟੂ ਦਾ ਯੂਜ਼ਰ ਆਫ ਦਾ ਕੰਪਨੀ। ਓਕੇ, the introduction of accounting help the decision maker of the company. So accounting ਜਿਹੜੀ ਬੇਟਾ ਉਹ ਇੱਕ decision making ਫੈਕਟਰ ਜਿਹਦੇ ਵਿੱਚ ਅਸੀਂ ਵੇਖਦੇ ਹਾਂ ਕਿ ਕਿਹੜਾ ਜਿਹੜਾ ਇਫੈਕਟਿਵ ਵੇ ਆ ਅਸੀਂ ਉਹਨੂੰ ਆਪਣੀ ਆਰਗੇਨਾਈਜੇਸ਼ਨ ਦੇ ਵਿੱਚ ਚੂਜ਼ ਕਰਾਂਗੇ ਸੋ ਦੈਟ ਅਸੀਂ ਜ਼ਿਆਦਾ ਤੋਂ ਜ਼ਿਆਦਾ ਪ੍ਰੋਫਿਟ, ਜ਼ਿਆਦਾ ਤੋਂ ਜ਼ਿਆਦਾ ਵਧੀਆ ਫਾਈਨੈਂਸ਼ੀਅਲ ਸਟੇਟਸ ਜਿਹੜਾ ਆਪਣੀ ਬਿਜ਼ਨਸ ਨੂੰ ਪ੍ਰੋਵਾਈਡ ਕਰਵਾ ਸਕੀਏ। ਐਂਡ ਟੂਡੇ ਅਕਾਊਂਟਿੰਗ ਇਜ਼ ਯੂਜ਼ਡ ਬਾਈ ਐਵਰੀਵਨ। ਅਕਾਊਂਟਿੰਗ ਹਰ ਇੱਕ ਪਰਸਨ ਦੇ ਦੁਆਰਾ ਕੀਤੀ ਜਾਂਦੀ ਆ, ਆਈਦਰ ਇਨ ਦਾ ਕੰਪਨੀ, ਇੰਸਟੀਟਿਊਸ਼ਨ, ਸਕੂਲਸ, ਔਰ ਵੀ ਕੈਨ ਆਲਸੋ ਸੇ ਦੈਟ ਕਿ ਆਪਾਂ ਘਰਾਂ ਦੇ ਵਿੱਚ ਵੀ ਅਕਾਊਂਟਿੰਗ ਕਰਦੇ ਹਾਂ। ਐਂਡ ਗੁੱਡ ਅੰਡਰਸਟੈਂਡਿੰਗ ਆਫ ਇਟ ਇਜ਼ ਬੈਨੀਫੀਸ਼ੀਅਲ ਟੂ ਆਲ। ਅਤੇ ਜਿੰਨੀ ਜ਼ਿਆਦਾ ਵਧੀਆ ਅਕਾਊਂਟਿੰਗ ਅਸੀਂ ਕਰਾਂਗੇ ਉਨਾ ਹੀ ਜ਼ਿਆਦਾ ਸਾਡੇ ਵਾਸਤੇ ਬੈਨੀਫੀਸ਼ੀਅਲ ਸਾਬਿਤ ਹੋਏਗੀ। ਓਕੇ, ਨਾਓ ਵਟ ਆਰ ਦਾ ਆਬਜੈਕਟਿਵ ਆਫ ਦਾ ਅਕਾਊਂਟਿੰਗ। देयर आर मैनी ऑब्जेक्टिव्स ऑफ द अकाउंटिंग कि सानू अकाउंटिंग दी उद्देश की है, सानू क्यों प्रिपेयर करनी पैंदी है। सो फस्ट ऑफ ऑल
टू मेनटेन अ सिस्टमैटिक रिकॉर्ड ऑफ बिजनेस ट्रांजैक्शन। ਅਸੀਂ ਇਸ ਕਰਕੇ ਅਕਾਊਂਟਿੰਗ ਨੂੰ ਆਪਣੀ ਲਾਈਫ ਦੇ ਵਿੱਚ ਲੈ ਕੇ ਆਉਂਦੇ ਹਾਂ ਸੋ ਦੈਟ ਅਸੀਂ ਸਿਸਟਮੈਟਿਕ ਰਿਕਾਰਡ ਜਿਹੜਾ ਆ ਬਿਜ਼ਨਸ ਟ੍ਰਾਂਜੈਕਸ਼ਨਸ ਦਾ ਉਹਨੂੰ ਪ੍ਰਪੇਅਰ ਕਰ ਸਕੀਏ। ਨਾਓ ਵਾਟ ਡੂ ਯੂ ਮੀਨ ਬਾय ਬਿਜ਼ਨਸ ਟ੍ਰਾਂਜੈਕਸ਼ਨ? ਬਿਜ਼ਨਸ ਟ੍ਰਾਂਜੈਕਸ਼ਨ ਮੀਨਸ ਸਪੋਜ਼ ਕਰੋ ਕੰਪਨੀ ਨੇ ਪਰਚੇਜ਼ ਕੀਤਾ ਰॉ ਮਟੀਰੀਅਲ ਕਾਹਦੇ ਵਾਸਤੇ? ਕੰਪਿਊਟਰ ਬਣਾਉਣ ਵਾਸਤੇ, ਠੀਕ ਆ। ਉਹਨੇ ਸਾਰੇ ਕੰਪਿਊਟਰ ਬਣਾਉਣ ਵਾਸਤੇ ਰॉ ਮਟੀਰੀਅਲ ਜਿਹੜਾ ਆ ਉਹਨੂੰ ਪਰਚੇਜ਼ ਕੀਤਾ। that are the transaction purchase raw material for preparing a computer ₹50,000 ਓਕੇ। ਉਹਨੂੰ ਕੀ ਕਿਹਾ ਜਾਂਦਾ? ਬਿਜ਼ਨਸ ਟ੍ਰਾਂਜੈਕਸ਼ਨ। ਜਿਹੜੀ ਅਸੀਂ ਵੇਖਦੇ ਹਾਂ ਕਿ ਅਸੀਂ ਕਿੰਨੀਆਂ ਚੀਜ਼ਾਂ ਜਿਹੜੀਆਂ ਲੈ ਕੇ ਆਏ, ਜਿਹੜੀ ਟ੍ਰਾਂਜੈਕਸ਼ਨ ਅਸੀਂ ਲਿਖਦੇ ਹਾਂ ਫਰਦਰ ਦੈਟ ਆਰ ਕਾਲਡ ਬਿਜ਼ਨਸ ਟ੍ਰਾਂਜੈਕਸ਼ਨ। ਜਦੋਂ ਅਸੀਂ ਉਹਨਾਂ ਨੂੰ ਸਿਸਟਮੈਟਿਕ ਮੇਨਟੇਨ ਕਰਦੇ ਹਾਂ, ਫੋਰ ਐਗਜ਼ਾਮਪਲ April 1 ਨੂੰ ਤੁਸੀਂ ਪਰਚੇਜ਼ ਕੀਤਾ ਰॉ ਮਟੀਰੀਅਲ April 1 ਨੂੰ, ਓਕੇ। April 2 ਨੂੰ ਤੁਸੀਂ ਪਰਚੇਜ਼ ਕੀਤੇ ਕੁਛ ਪ੍ਰੋਸੈਸਰਸ, April 3 ਨੂੰ ਤੁਸੀਂ ਪਰਚੇਜ਼ ਕੀਤੇ ਕੰਪਿਊਟਰ ਹਾਰਡਵੇਅਰਸ, April 4 ਨੂੰ ਤੁਸੀਂ ਇੰਪਲੋਈਜ਼ ਨੂੰ ਸੈਲਰੀ ਦਿੱਤੀ, ਓਕੇ। ਇਹ ਸਾਰੇ ਕੀ ਹੈ? ਐਕਸਪੈਂਸ ਆਫ ਦਾ ਬਿਜ਼ਨਸ। ਅਤੇ ਉਹ ਜਿੱਦਾਂ ਮਤਲਬ ਤੁਸੀਂ April 1 ਤੋਂ ਲੈ ਕੇ April 4 ਤੱਕ ਆਪਣੇ ਬੁੱਕਸ ਆਫ ਅਕਾਊਂਟਸ ਦੇ ਵਿੱਚ ਲਿਖੀ ਜਾਓਗੇ। ਇਹਨੂੰ ਕੀ ਕਿਹਾ ਜਾਂਦਾ ਹੈ? ਸਿਸਟਮੈਟਿਕ ਰਿਕਾਰਡ। ਸਿਸਟਮੈਟਿਕ ਰਿਕਾਰਡ ਕਿ ਜਿਹੜੀ ਟ੍ਰਾਂਜੈਕਸ਼ਨ ਫਸਟ ਟਾਈਮ 'ਤੇ ਆਈ ਹੈ ਉਹਨੂੰ ਤੁਸੀਂ ਫਸਟ ਟਾਈਮ 'ਤੇ ਲਿਖੋਗੇ, ਜਿਹੜੀ ਸੈਕਿੰਡ 'ਤੇ ਆਈ ਉਹਨੂੰ ਤੁਸੀਂ ਸੈਕਿੰਡ ਟਾਈਮ 'ਤੇ ਲਿਖੋਗੇ, ਓਕੇ। ਆਫਟਰ ਦੈਟ ਬੇਟਾ ਜੀ ਸੈਕਿੰਡ ਆਬਜੈਕਟਿਵ ਆ ਦੈਟ ਇਜ਼ ਟੂ ascertain profit and loss। to ascertain profit and loss मतलब determine profit and loss। फर्स्ट ऑफ ऑल ਅਸੀਂ ਤਾਂ ਬਿਜ਼ਨਸ ਟ੍ਰਾਂਜੈਕਸ਼ਨ ਨੂੰ ਸਿਸਟਮੈਟਿਕ ਰਿਕਾਰਡ ਕੀਤਾ। ਉਸ ਤੋਂ ਬਾਅਦ ਕੀ ਹੁੰਦਾ ਆ ਕਿ determine the profit and loss at the end of the financial year with the help of trading and profit and loss account। मतलब ਅਸੀਂ ਇੱਕ ਟ੍ਰਾਂਜੈਕਸ਼ਨ ਅਸੀਂ ਇੱਕ ਅਕਾਊਂਟ ਪ੍ਰਪੇਅਰ ਕਰਦੇ ਹਾਂ ਦੈਟ ਇਜ਼ ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲਾਸ ਅਕਾਊਂਟ, ਜਿਹੜਾ ਅਸੀਂ ਅਕਾਊਂਟੈਂਸੀ ਬੁੱਕ ਦੇ ਲਾਸਟ ਦੇ ਵਿੱਚ ਪੜ੍ਹਾਂਗੇ। ਉਹ ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲਾਸ ਦੇ ਥਰੂ ਅਸੀਂ ਕੰਪਨੀ ਦਾ ਪ੍ਰੋਫਿਟ ਅਤੇ ਲਾਸ ਜਿਹੜਾ ਉਹਨੂੰ ਫਾਈਂਡ ਆਊਟ ਕਰਦੇ ਹਾਂ, ਓਕੇ। ਸੋ ਦੈਟ ਸਾਨੂੰ ਪਤਾ ਹੋਵੇ ਕਿ ਸਾਲ ਦੇ ਐਂਡ ਦੇ ਵਿੱਚ ਸਾਨੂੰ ਪ੍ਰੋਫਿਟ ਹੋਏ ਕਿ ਲਾਸਿਸ। ਦੈਨ ਟੂ ਡਿਟਰਮਾਈਨ ਅ ਫਾਈਨੈਂਸ਼ੀਅਲ ਪੋਜੀਸ਼ਨ। ਉਸ ਤੋਂ ਬਾਅਦ ਅਸੀਂ ਬੈਲੈਂਸ ਸ਼ੀਟ ਪ੍ਰਪੇਅਰ ਕਰਦੇ ਹਾਂ। ਬੈਲੈਂਸ ਸ਼ੀਟ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਸਾਡੇ ਜਿਹੜੀ ਇਨਕਮ ਆ ਉਹ ਕਿੰਨੀ ਹੈ ਅਤੇ ਸਾਡੇ ਕੋਲ ਜਿਹੜੇ ਐਕਸਪੈਂਸ ਹੋਏ ਉਹ ਕਿੰਨੇ ਆ। ਅਗਰ ਇਨਕਮ ਸਾਡੀ ਜ਼ਿਆਦਾ ਹੋਏਗੀ ਇਟ ਮੀਨ ਕਿ ਸਾਡੇ ਪ੍ਰੋਫਿਟਸ ਜ਼ਿਆਦਾ ਹੋਣਗੇ। ਅਗਰ ਸਾਡੀ ਫਾਈਨੈਂਸ਼ੀਅਲ ਪੋਜੀਸ਼ਨ ਗੁੱਡ ਹੋਏਗੀ, ਅਗਰ ਐਕਸਪੈਂਸ ਜ਼ਿਆਦਾ ਹੋਣਗੇ ਤਾਂ ਸਾਡੀ ਫਾਈਨੈਂਸ਼ੀਅਲ ਪੋਜੀਸ਼ਨ ਗੁੱਡ ਨਹੀਂ ਹੋਏਗੀ। ਦੈਨ ਟੂ ਪ੍ਰੋਵਾਈਡ ਇਨਫੋਰਮੇਸ਼ਨ ਟੂ ਵੇਰੀਅਸ ਯੂਜ਼ਰ। ਈਵਨ ਅਸੀਂ ਆਪਣੇ ਯੂਜ਼ਰ ਦੀ ਇਨਫੋਰਮੇਸ਼ਨ ਵੀ ਜਿਹੜੀ ਆ ਚਾਹੇ ਉਹ ਇੰਟਰਨਲ ਹੋਣ ਚਾਹੇ ਉਹ ਐਕਸਟਰਨਲ, ਉਹਨਾਂ ਦੀ ਰੈਲੇਵੈਂਟ ਇਨਫੋਰਮੇਸ਼ਨ ਜਿਹੜੀ ਉਹਨੂੰ ਯੂਜ਼ ਕਰਦੇ ਹਾਂ, ਉਹਨੂੰ ਲੈਂਦੇ ਹਾਂ। ਇਹ ਵੀ ਇੱਕ ਆਬਜੈਕਟਿਵ ਆ ਤੁਹਾਡੀ ਅਕਾਊਂਟਿੰਗ ਦਾ। ਐਂਡ ਦ ਲਾਸਟ ਟੂ ਅਸਿਸਟ ਦਾ ਮੈਨੇਜਮੈਂਟ, ਫੈਸਿਲੀਟੇਟਿੰਗ ਮੈਨੇਜਮੈਂਟ। ਇਹ ਹਮੇਸ਼ਾ ਮੈਨੇਜਮੈਂਟ ਨੂੰ ਵੀ ਮੈਨੇਜਮੈਂਟ ਕੌਣ ਹੁੰਦੀ? ਜਿਹਨੇ ਡਿਸੀਜ਼ਨ ਮੇਕਿੰਗ ਕਰਨੀ ਹੁੰਦੀ। ਅਤੇ ਅਗਰ ਤੁਹਾਡੀ ਫਾਈਨੈਂਸ਼ੀਅਲ ਪੋਜੀਸ਼ਨ ਵਧੀਆ ਆ, ਪ੍ਰੋਫਿਟਸ ਜ਼ਿਆਦਾ ਹੁੰਦੇ ਪਏ ਨੇ, ਅਤੇ ਜਿਹੜੇ ਤੁਹਾਡੇ ਮੈਨੇਜਰ ਨੇ ਉਹ ਵੀ ਇਫੈਕਟਿਵ ਕੰਟਰੋਲ ਕਰਨਗੇ ਅਤੇ ਵਧੀਆ ਡਿਸੀਜ਼ਨ ਜਿਹੜੇ ਆਰਗੇਨਾਈਜੇਸ਼ਨ ਦੇ ਵਾਸਤੇ ਬਣਾਉਣਗੇ, ਓਕੇ। after that bete characteristics of accounting, characteristics of accounting, and also we can say that this is the process of accounting। ਐਟਰੀਬਿਊਟਸ ਕਰੈਕਟਰਿਸਟਿਕਸ, ਓਕੇ। ਅਸੀਂ ਇਹਨਾਂ ਨੂੰ ਐਟਰੀਬਿਊਟਸ ਵੀ ਕਹਿ ਸਕਦੇ ਹਾਂ ਅਤੇ ਅਸੀਂ ਪ੍ਰੋਸੈਸ ਵੀ ਕਹਿ ਸਕਦੇ ਹਾਂ ਅਕਾਊਂਟਿੰਗ ਦਾ, ਜਿਹੜਾ ਥੋਰੋਲੀ ਕਰਨਾ ਪਏਗਾ, ਜਿਨ੍ਹਾਂ ਨੂੰ ਤੁਸੀਂ ਇੱਕ ਪੁਆਇੰਟ ਉੱਪਰ ਜਾਂ ਨੀਚੇ ਨਹੀਂ ਕਰ ਸਕਦੇ, ਸਿਸਟਮੈਟਿਕਲੀ ਕਰਨਾ ਪਏਗਾ ਫੋਲੋ। ਸੋ ਫਸਟ ਆਫ ਆਲ ਆਈਡੈਂਟੀਫਾਈਂਗ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਐਂਡ ਈਵੈਂਟ। ਸਭ ਤੋਂ ਪਹਿਲਾਂ ਅਸੀਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਨੂੰ ਅਤੇ ਈਵੈਂਟ ਨੂੰ ਆਈਡੈਂਟੀਫਾਈ ਕਰਦੇ ਹਾਂ। ਕਦੋਂ ਪ੍ਰੋਡਕਟ ਪਰਚੇਜ਼ ਕੀਤਾ, ਕਦੋਂ ਪ੍ਰੋਡਕਟ ਸੇਲ ਕੀਤਾ, ਠੀਕ ਆ। ਕਦੋਂ ਤੁਸੀਂ ਫਿਨਿਸ਼ ਗੁੱਡ ਪਰਚੇਜ਼ ਕੀਤੀਆਂ, ਕਦੋਂ ਤੁਸੀਂ ਫਿਨਿਸ਼ ਗੁੱਡ ਸੇਲ ਕੀਤੀਆਂ, ਮਤਲਬ ਦੈਟ ਆਰ ਦਾ ਟ੍ਰਾਂਜੈਕਸ਼ਨ ਜੋ ਤੁਸੀਂ ਸਿਰਫ ਆਪਣੇ ਬੁੱਕਸ ਆਫ ਅਕਾਊਂਟਸ ਟ੍ਰਾਂਜੈਕਸ਼ਨਸ ਹੀ ਆਈਡੈਂਟੀਫਾਈ ਕਰਨੀਆਂ, ਓਕੇ। ਆਈਡੈਂਟੀਫਾਈ ਮਤਲਬ ਉਹਨਾਂ ਨੂੰ ਮੇਜਰ ਕਰਨਾ, ਵੇਖਣਾ, ਉਹਨਾਂ ਨੂੰ ਦੇਖਣਾ ਕਿ ਕਿਹੜੀਆਂ ਕਿਹੜੀਆਂ ਟ੍ਰਾਂਜੈਕਸ਼ਨ ਸਾਡੇ ਕੋਲ ਹੈਗੀਆਂ ਹੈ। ਉਸ ਤੋਂ ਬਾਅਦ ਮੇਅਰਿੰਗ ਦਾ ਟ੍ਰਾਂਜੈਕਸ਼ਨ, ਜਿਹੜੀਆਂ ਟ੍ਰਾਂਜੈਕਸ਼ਨ ਅਸੀਂ ਆਈਡੈਂਟੀਫਾਈ ਕੀਤੀਆਂ ਉਹਨਾਂ ਨੂੰ ਅਸੀਂ ਮੇਅਰ ਕਰਨਾ ਹੈ ਕਿ ਜਿਹੜੀਆਂ ਟ੍ਰਾਂਜੈਕਸ਼ਨ ਲਈਆਂ ਆ ਉਹਨਾਂ ਦੀ ਇਨ ਦ ਟਰਮ ਆਫ ਮਨੀ ਉਹਨਾਂ ਦਾ ਕੀ ਸਕੋਪ ਹੈਗਾ ਆ, ਮਨੀ ਦੀ ਟਰਮ ਦੇ ਵਿੱਚ ਉਹ ਕਿੰਨੀਆਂ ਸਾਡੇ ਕੋਲ ਆ ਰਹੀਆਂ ਨੇ, ਮਤਲਬ ਕਿ ਉਹਨਾਂ ਦਾ ਰੇਟ ਕੀ ਆ। ਜੇਕਰ ਅਸੀਂ ਪਰਚੇਜ਼ ਕੀਤੀ ਆ ਅਤੇ ਕਿੰਨੇ ਦੀ ਚੀਜ਼ ਪਰਚੇਜ਼ ਕੀਤੀ ਹੈ, ਜੇਕਰ ਅਸੀਂ ਸੇਲ ਕੀਤੀ ਹੈ ਅਤੇ ਕਿੰਨੇ ਦੀ ਚੀਜ਼ ਸੇਲ ਕੀਤੀ ਆ, ਓਕੇ। ਉਸ ਤੋਂ ਬਾਅਦ ਰਿਕਾਰਡ ਦਾ ਟ੍ਰਾਂਜੈਕਸ਼ਨ, ਫਿਰ ਅਸੀਂ ਸਾਰੀਆਂ ਟ੍ਰਾਂਜੈਕਸ਼ਨ ਨੂੰ ਮਨੀ ਦੀ ਟਰਮ ਦੇ ਵਿੱਚ ਟ੍ਰਾਂਜੈਕਸ਼ਨਸ ਨੂੰ ਕੀ ਕਰਾਂਗੇ, ਰਿਕਾਰਡ ਕਰਾਂਗੇ ਇਨ ਦਾ ਓਰੀਜਨਲ ਐਂਟਰੀ ਦੈਟ ਇਜ਼ ਅ ਜਰਨਲ।
ਜਿਹਨੂੰ ਅਸੀਂ ਡੈਬਿਟ ਐਂਡ ਕ੍ਰੈਡਿਟ ਵੀ ਕਹਿੰਦੇ ਹਾਂ, ਕਿ ਜੋ ਆਇਆ ਸਾਡੇ ਕੋਲ ਉਹਨੂੰ ਅਸੀਂ ਡੈਬਿਟ 'ਚ ਲਿਖ ਦਾਂਗੇ, ਜੋ ਗਿਆ ਸਾਡੇ ਕੋਲ ਉਹਨੂੰ ਅਸੀਂ ਕ੍ਰੈਡਿਟ 'ਚ ਲਿਖ ਦਾਂਗੇ। ਦੈਨ ਕਲਾਸੀਫਾਈਂਗ ਦਾ ਟ੍ਰਾਂਜੈਕਸ਼ਨ, ਉਸ ਤੋਂ ਬਾਅਦ ਬੇਟੇ ਅਸੀਂ ਸਾਰੀਆਂ ਟ੍ਰਾਂਜੈਕਸ਼ਨ ਨੂੰ ਇੱਕ ਗਰੁੱਪ ਦੇ ਵਿੱਚ ਅੰਡਰ ਡਿਫਰੈਂਟ ਗਰੁੱਪਸ ਦੇ ਵਿੱਚ ਉਹਨਾਂ ਨੂੰ ਅਸੀਂ ਲੈ ਲੈਂਦੇ ਹਾਂ। ਫਸਟ ਆਫ ਆਲ ਅਸੀਂ ਜਰਨਲ ਪ੍ਰਪੇਅਰ ਕੀਤਾ, ਫਿਰ ਅਸੀਂ ਲੈਜ਼ਰ ਪ੍ਰਪੇਅਰ ਕਰ ਲਿਆ। ਲੈਜ਼ਰ ਦੇ ਵਿੱਚ ਅਸੀਂ ਕੀ ਕਰਦੇ, ਸਾਰੀਆਂ ਪਰਚੇਜ਼ ਦੀਆਂ ਟ੍ਰਾਂਜੈਕਸ਼ਨ ਇੱਕ ਹੈਡ ਦੇ ਨੀਚੇ, ਸੇਲਸ ਦੀਆਂ ਟ੍ਰਾਂਜੈਕਸ਼ਨ ਇੱਕ ਦੇ ਨੀਚੇ, ਫਰਨੀਚਰ ਦੀਆਂ ਟ੍ਰਾਂਜੈਕਸ਼ਨ ਇੱਕ ਹੈਡ ਦੇ ਨੀਚੇ ਲਿਖ ਦਿੰਦੇ ਹਾਂ, ਮਤਲਬ ਸਾਰਿਆਂ ਨੂੰ ਵੱਖਰਾ ਵੱਖਰਾ ਹੈਡ ਦੇ ਥਰੂ ਕਲਾਸੀਫਾਈ ਕਰ ਦਿੰਦੇ ਹਾਂ। ਉਸ ਤੋਂ ਬਾਅਦ ਸਮਰਾਈਜ਼ ਦਾ ਟ੍ਰਾਂਜੈਕਸ਼ਨ, ਫਿਰ ਅਸੀਂ ਕੀ ਵੇਖਦੇ ਹਾਂ, ਸਮਰਾਈਜ਼ ਕਰਦੇ ਹਾਂ ਇਹਨਾਂ ਨੂੰ। ਕਲਾਸੀਫਾਈ ਕਰਨ ਤੋਂ ਬਾਅਦ ਅਸੀਂ ਇੰਟਰਨਲ ਦੇ ਐਕਸਟਰਨਲ ਯੂਜ਼ਰ ਵਾਸਤੇ ਕਰਦੇ ਹਾਂ ਸਮਰਾਈਜ਼, ਕਿ ਕਿੰਨਾ ਸਾਡੇ ਕੋਲ ਇਹਦੇ ਵਿੱਚ ਕਿੰਨੇ ਜਿਹੜੇ ਲੌਸਿਸ ਹੁੰਦੇ ਪਏ ਨੇ ਅਤੇ ਕਿੰਨੇ ਪ੍ਰੋਫਿਟ ਹੁੰਦੇ ਪਏ ਨੇ। ਦੈਨ ਅਨਾਲਾਈਜ਼ਿੰਗ ਐਂਡ ਇੰਟਰਪ੍ਰੇਟਿੰਗ ਫਾਈਨੈਂਸ਼ੀਅਲ ਸਟੇਟਮੈਂਟ, ਫਿਰ ਕੀ ਕਰਦੇ ਬੇਟੇ, ਅਸੀਂ ਜੱਜ ਕਰਦੇ ਹਾਂ ਟੂ ਫਾਈਂਡ ਦਾ ਪ੍ਰੋਫਿਟੇਬਿਲਿਟੀ ਐਂਡ ਫਾਈਨੈਂਸ਼ੀਅਲ ਪੋਜੀਸ਼ਨ ਆਫ ਦਾ ਬਿਜ਼ਨਸ, ਵੈਦਰ ਦੇ ਆਰ ਗੁੱਡ ਔਰ ਬੈਡ। ਦੈਨ ਕਮਿਊਨੀਕੇਟਿੰਗ ਦਾ ਫਾਈਨੈਂਸ਼ੀਅਲ ਡਾਟਾ ਔਰ ਰਿਪੋਰਟ ਟੂ ਦਾ ਯੂਜ਼ਰ। ਐਟ ਦੀ ਐਂਡ ਅਸੀਂ ਉਹੀ ਡਾਟਾ, ਜੇਕਰ ਸਾਡੇ ਕੋਲ ਪ੍ਰੋਫਿਟਸ ਹੋਏ ਨੇ, ਜੇਕਰ ਸਾਡੇ ਕੋਲ ਲਾਸ ਹੋਏ ਨੇ, ਵੀ ਕਮਿਊਨੀਕੇਟ ਦੈਟ ਡਾਟਾ ਟੂ ਦਾ ਰਿਪੋਰਟਰ ਆਫ ਦਾ ਡਾਟਾ ਰਿਪੋਰਟ ਟੂ ਦਾ ਯੂਜ਼ਰ। ਜਿੰਨੇ ਵੀ ਪਰਸਨ ਡਾਇਰੈਕਟਲੀ ਇਨਡਾਇਰੈਕਟਲੀ ਸਾਡੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਆਪਣਾ ਪ੍ਰੋਫਿਟ ਐਂਡ ਲਾਸ ਜਿਹੜਾ ਆ ਉਹ ਕਨਵੇ ਕਰਾਂਗੇ। After that, what are the different branches of accounting? So there are various branches of accounting, that is a financial accounting, cost accounting ਤੇ management accounting। ਬੇਟੇ ਜਿਹੜੀ financial accounting ਹੁੰਦੀ ਹੈ ਨਾ, financial accounting ਸਿਰਫ ਡੀਲ ਕਰਦੀ ਹੈ ਫਾਈਨਾਂਸ ਦੇ ਵਿੱਚ, ਸਿਰਫ ਮਨੀ ਦੀ ਟਰਮ ਦੇ ਵਿੱਚ, ਕਿੰਨੀ ਮਨੀ ਆਈ ਆ, ਕਿੰਨੀ ਗਈ ਆ, either there are loss or profit to the company। ਸਿਰਫ ਤੇ ਸਿਰਫ ਫਾਈਨਾਂਸ ਦੇ ਰਿਗਾਰਡਿੰਗ ਹੀ ਜਿਹੜੀ ਅਕਾਊਂਟਿੰਗ ਕੀਤੀ ਜਾਂਦੀ ਹੈ, ਦੈਟ ਆਰ ਕਾਲਡ ਫਾਈਨੈਂਸ਼ੀਅਲ ਅਕਾਊਂਟਿੰਗ। ਉਸ ਤੋਂ ਬਾਅਦ ਸਾਡੇ ਕੋਲ ਆਉਂਦੀ ਹੈ ਕਾਸਟ ਅਕਾਊਂਟਿੰਗ। ਕਾਸਟ ਅਕਾਊਂਟਿੰਗ ਕਿਹੜੀ ਹੁੰਦੀ ਹੈ, ਜਿਹੜੀ ਰਿਗਾਰਡਿੰਗ ਦਾ ਕਾਸਟ ਵੀ, ਮਤਲਬ ਇਹ ਦੇਖਣਾ ਹੁੰਦਾ ਕਿ ਕਿੰਨਾ ਪਰਸੈਂਟ ਜਿਹੜਾ ਅਸੀਂ ਪ੍ਰੋਡਕਟ ਦੀ ਕਾਸਟ ਲਗਾਉਂਦੇ ਪਏ ਹਾਂ, ਠੀਕ ਆ, ਜਿਹੜਾ ਅਸੀਂ ਮਟੀਰੀਅਲ ਬਣਾਇਆ ਆਪਣੀ ਆਰਗੇਨਾਈਜੇਸ਼ਨ ਵਿੱਚ, ਉੱਤੇ ਕਾਸਟ ਕਿੰਨੀ ਆਈ ਆ, ਓਕੇ, ਜਿਹੜਾ ਉਹਦੇ ਵਾਸਤੇ ਰॉ ਮਟੀਰੀਅਲ ਆ ਉੱਤੇ ਕਾਸਟ ਕਿੰਨੀ ਆਈ, ਅਤੇ ਜਿਹੜਾ ਅਸੀਂ ਸੈਲ ਕਰਦੇ ਪਏ ਹਾਂ ਉੱਤੇ ਕਾਸਟ ਕਿੰਨੀ ਆਈ। ਸਿਰਫ ਅਸੀਂ ਵੇਖਣਾ ਕਾਸਟ, the cost of the product which maintain in the organization, okay। and the last that is a management accounting। management accounting ਬੇਟੇ ਸਾਡੀ cost ਤੇ profit ਦੇ ਨਾਲ determine ਕਰਦੀ ਹੈ, ਜਿਹਦੇ ਵਿੱਚ ਅਸੀਂ ਹਮੇਸ਼ਾ information related funds ਦੀ, cash flow, ਕਿੰਨਾ ਮਨੀ ਆਈ, ਕਿੰਨੀ ਗਈ, ਉਹ ਅਸੀਂ ਮੈਨੇਜਮੈਂਟ ਅਕਾਊਂਟਿੰਗ ਦੇ ਵਿੱਚ ਕਰਦੇ ਹਾਂ, ਓਕੇ, ਕਿ ਅਸੀਂ ਇਹਨਾਂ ਨੂੰ ਮੈਨੇਜ ਕਿਵੇਂ ਕਰਨਾ, ਅਸੀਂ ਵਿਦ ਦੀ ਹੈਲਪ ਆਫ ਦੀਸ ਟ੍ਰਾਂਜੈਕਸ਼ਨ ਅਸੀਂ ਡਿਸੀਜ਼ਨ ਜਿਹੜੇ ਆਰਗੇਨਾਈਜੇਸ਼ਨ ਦੇ ਕਿਵੇਂ ਲੈਣੇ ਆ, ਓਕੇ। ਸੋ ਨੈਕਸਟ ਬੇਟੇ ਦੈਟ ਆਰ ਲਿਮਿਟੇਸ਼ਨ ਆਫ ਅਕਾਊਂਟਿੰਗ, ਜਿਹਦੇ ਵਿੱਚ ਤੁਹਾਡੇ ਕੋਲ ਆਉਂਦਾ ਆ ਫਸਟ ਆਫ ਆਲ, ਅਕਾਊਂਟਿੰਗ ਇਜ਼ ਨਾਟ ਪ੍ਰੀਸਾਈਜ਼। that is not in most important topic। ਸੋ ਫਿਰ ਵੀ ਆਪਾਂ ਥੋੜ੍ਹਾ ਇਹਨੂੰ ਕਰ ਲੈਂਦੇ ਹਾਂ ਬੇਟੇ। ਸੋ ਫਸਟ ਆ ਤੁਹਾਡੇ ਕੋਲ ਅਕਾਊਂਟਿੰਗ ਇਜ਼ ਨਾਟ ਪ੍ਰੀਸਾਈਜ਼। ਜੋ ਅਕਾਊਂਟਿੰਗ ਦੇ ਵਿੱਚ ਅਸੀਂ ਲਿਖ ਦਿੱਤਾ, ਅਸੀਂ ਇਹਨੂੰ ਦੁਬਾਰਾ ਚੇਂਜ ਨਹੀਂ ਕਰ ਸਕਦੇ। ਇਹਨੂੰ ਜੇਕਰ ਉਹ ਸਾਡੇ ਕੋਲ ਜ਼ਿਆਦੀਆਂ ਟ੍ਰਾਂਜੈਕਸ਼ਨਸ ਤੇ ਅਸੀਂ ਉਹਨਾਂ ਨੂੰ ਘੱਟ ਪ੍ਰੀਸਾਈਜ਼, ਅਸੀਂ ਉਹਨਾਂ ਨੂੰ ਘੱਟ ਨਹੀਂ ਕਰ ਸਕਦੇ। ਅਕਾਊਂਟਿੰਗ ਇਜ਼ ਡਨ ਔਨ ਹਿਸਟੋਰੀਕਲ ਵੈਲਿਊ ਆਫ ਐਸੇਟ। ਅਕਾਊਂਟਿੰਗ ਹਮੇਸ਼ਾ ਹਿਸਟੋਰੀਕਲ ਵੈਲਿਊ 'ਤੇ ਪ੍ਰਪੇਅਰ ਕੀਤੀ ਜਾਂਦੀ ਹੈ। ਅਕਾਊਂਟਿੰਗ ਪ੍ਰਪੇਅਰ ਕੀਤੀ ਜਾਂਦੀ ਹੈ ਸਾਲ ਦੇ ਐਂਡ ਦੇ ਵਿੱਚ, ਓਕੇ, ਜਾਂ ਮੰਥ ਦੇ ਐਂਡ ਦੇ ਵਿੱਚ, ਅਤੇ ਉਹ ਕਾਹਦੇ ਬੇਸ 'ਤੇ ਕੀਤੀ ਜਾਂਦੀ ਆ, April to March ਤੱਕ, ਠੀਕ ਆ, ਜਾਂ 1 April to 30 April ਤੱਕ। ਮਤਲਬ ਐਂਡ 'ਤੇ ਜਿਹੜੀ ਅਸੀਂ ਟ੍ਰਾਂਜੈਕਸ਼ਨ ਕਰਨੀ ਉਹ ਸਾਰੀਆਂ ਹਿਸਟੋਰੀਕਲ ਬੇਸਡ ਹੁੰਦੀਆਂ ਨੇ, ਪ੍ਰੀਵੀਅਸ ਡਾਟਾ ਦੇ ਬੇਸ ਦੇ ਉੱਪਰ ਅਸੀਂ ਅਕਾਊਂਟਿੰਗ ਜਿਹੜੀ ਉਹਨੂੰ ਕਰਦੇ ਹਾਂ। ਇਗਨੋਰ ਦਾ ਇਫੈਕਟ ਆਫ ਪ੍ਰਾਈਸ ਲੈਵਲ ਚੇਂਜਿਸ, ਅਤੇ ਉਸ ਤੋਂ ਬਾਅਦ ਅਸੀਂ ਪ੍ਰਾਈਸ ਲੈਵਲ ਦੇ ਵਿੱਚ ਕੀ ਚੇਂਜ ਹੋਇਆ ਉਹਨੂੰ ਇਗਨੋਰ ਕਰ ਦਿੰਦੇ ਹਾਂ। ਸਪੋਜ਼ ਅਸੀਂ ਕੋਈ ਪ੍ਰੋਡਕਟ ਪਰਚੇਜ਼ ਕੀਤਾ 50,000 'ਤੇ, ਠੀਕ ਆ, ਬਟ 2 ਮਹੀਨੇ ਬਾਅਦ ਉਹਦੀ ਵੈਲਿਊ 30,000 ਦੀ ਰਹਿ ਗਈ, ਤਾਂ ਅਸੀਂ ਉਹਨੂੰ 30,000 ਨਹੀਂ ਲਿਖਾਂਗੇ, ਵੀ ਓਨਲੀ ਰਿਕਾਰਡ 50,000, ਵੀ ਇਗਨੋਰ 30,000, ਓਕੇ। ਇਗਨੋਰ ਦਾ ਕੁਆਲੀਟੇਟਿਵ ਇਨਫੋਰਮੇਸ਼ਨ, ਜਿਹੜੀ ਕੁਆਲੀਟੇਟਿਵ ਇਨਫੋਰਮੇਸ਼ਨ ਹੁੰਦੀ ਬੇਟੇ ਉਹਨੂੰ ਅਸੀਂ ਇਹਦੇ ਵਿੱਚ ਇਗਨੋਰ ਕਰ ਦਿੰਦੇ ਹਾਂ। ਵਾਈ? ਬਿਕੋਜ਼ ਵੀ ਓਨਲੀ ਰਿਕਾਰਡ ਦਾ ਕੁਆਂਟੀਟੇਟਿਵ ਇਨਫੋਰਮੇਸ਼ਨ ਇਨ ਅਕਾਊਂਟਿੰਗ। ਮਨੀ ਦੇ ਟਰਮ ਦੇ ਵਿੱਚ ਹੀ ਅਸੀਂ ਇਹਨੂੰ ਯੂਜ਼ ਕਰਨਾ ਹੁੰਦਾ। ਐਂਡ ਦ ਲਾਸਟ ਦੈਟ ਇਜ਼ ਅਫੈਕਟਡ ਬਾਏ ਵਿੰਡੋ ਡਰੈਸਿੰਗ। ਵਿੰਡੋ ਡਰੈਸਿੰਗ ਕੀ ਹੁੰਦਾ ਬੇਟੇ, ਜਿਹੜਾ ਤੁਹਾਡਾ ਡਾਟਾ ਹੁੰਦਾ ਨਾ, ਜਦੋਂ ਤੁਸੀਂ ਉਹਨੂੰ ਪ੍ਰੋਪਰ ਵੇ ਦੇ ਨਾਲ ਮੇਨਟੇਨ ਨਹੀਂ ਕਰਦੇ, ਸਕਿਪ ਹੋ ਜਾਂਦਾ ਹੈ, ਦੈਟ ਆਰ ਕਾਲਡ ਵਿੰਡੋ ਡਰੈਸਿੰਗ, ਓਕੇ।
सो विंडो ड्रेसिंग नाल भी ये इफैक्ट हुंदी है, अगर तुहाडा डाटा जिहड़ा आ वो रिमूव हो जाए तो हमेशा जिहड़ी तुहाडी अकाउंटिंग आ वो इफैक्ट होएगी ही होएगी। Then there are user of accounting information. There are two users of accounting information. First is the internal user, second is the external user. Internal user किहड़े हुंदे आ, वो user जिहड़े इंटरनली ऑर्गेनाइजेशन दे विचों अकाउंटिंग दी इंफॉर्मेशन गेन करते हैं तो उन्होंने देनी पैंदी है। एंड द एक्सटर्नल यूज़र वो हुंदे आ जिन्होंने आउटसाइड द ऑर्गेनाइजेशन असी इंफॉर्मेशन जिहड़ी आ वो प्रोवाइड करवानी हुंदी है। सो there are various user of accounting that are internal and external, and internal user of accounting that are owners, management and employee. Owner contribute capital in the business and thus they are exposed to maximum risk, so they are always interested in safety of their capital. ऑनर कौन होंगे ने जिन्होंने बिजनेस के विच मनी इन्वैसट की होंगी ओके, तो वो ये मन के चलते हैं कि उन्होंने मैक्सीमम रिस्क आ, जेकर लॉस हो गए तो उन्होंने कैपिटल इन्वैसट की सारी वेस्ट हो जाएगी। सो इस करके वो इंटरस्टड होंगे ने अकाउंटिंग की इन्फॉर्मेशन लैन दे वास्ते ओके। सो ऑनर आर द इंटरनल यूजर ऑफ अकाउंटिंग। सैकेंड मैनेजमेंट होंगी है जिन्हें डिसीजन लेने होंगे है, ठीक है, तो उन्होंने कादे बेस पर डिसीजन लेने होंगे फॉर द प्रीवियस रिजल्ट। अगर प्रीवियस रिजल्ट वधिया है तो उन्होंने डिसीजन जोड़े लिटल बिट चेंज करने होंगे, बट अगर वधिया नहीं है तो उन्होंने डिसीजन ज़्यादा चेंज करने होंगे। सो दैट्स वाई मैनेजमेंट को भी जरूरत होंगी है अकाउंटिंग की इन्फॉर्मेशन लैन की। दैन इंपलॉई बेटे जिहड़े कि वर्क करते हैं, जिन्होंने वेजिज लैनियां ने, बोनस लैने आ, सैलरी लैनी आ, वो भी इंटरस्टेड होंगे ने कि उन्होंंने फिनैंशियल स्टेटमेंट की इन्फॉर्मेशन दी जाए सो दैट वो अपना वधिया वर्क जिहड़ा आ आने वाले टाइम दे विच कर सकन ओके। सो दैन नैक्सट इज़ द एक्सटर्नल यूजर ऑफ अकाउंटिंग। एक्सटर्नल यूजर ऑफ अकाउंटिंग दे विच बेटे तुहाडे कोल आउंदे ने आई थिंक 7 अकाउंटिंग यूजर्स that are bank and financial institution, investors, creditors, government and its authority, researcher, consumers and public. So let us start with the external user of accounting. So first that is a bank and financial institution. ਉਹ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੇ ਬੈਂਕ ਜਿਹੜੀਆਂ ਤੁਹਾਡੀ ਆਰਗੇਨਾਈਜੇਸ਼ਨ ਦੇ ਨਾਲ ਇੰਟਰਲਿੰਕਡ ਹੁੰਦੀਆਂ ਨੇ ਉਹਨਾਂ ਨੂੰ ਤੁਹਾਡੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਦੀ ਜ਼ਰੂਰਤ ਹੁੰਦੀ ਆ ਸੋ ਦੈਟ ਉਹ ਤੁਹਾਡੇ ਫਾਈਨਾਂਸ ਦੀ ਸੇਫਟੀ ਜਿਹੜੀ ਉਹਨੂੰ ਇਨਸ਼ੋਰ ਕਰਵਾ ਸਕਣ ਤੇ ਅਗਰ ਕੋਈ ਤੁਸੀਂ ਲੋਨ ਲੈਂਦੇ ਤੇ ਉਹਨੂੰ ਰਿਕਵਰ ਕਰਾ ਸਕਣ ਓਕੇ। ਸੋ ਸੈਕਿੰਡ ਇਨਵੈਸਟਰ ਕਿਹੜੇ ਹੁੰਦੇ ਜਿਹੜੇ ਇਨਵੈਸਟ ਕਰਦੇ ਪਏ ਨੇ ਤੁਹਾਡੇ ਆਰਗੇਨਾਈਜੇਸ਼ਨ ਦੇ ਵਿੱਚ ਓਕੇ, ਜਿਹੜੇ ਇੰਟਰਸਟਡ ਨੇ ਇਨਵੈਸਟ ਕਰਨ ਦੇ ਵਿੱਚ, ਜਿਨ੍ਹਾਂ ਨੂੰ ਤੁਸੀਂ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਓਗੇ। ਇਨਵੈਸਟਰ ਡੋਂਟ ਹੈਵ ਡਾਇਰੈਕਟ ਕੰਟਰੋਲ ਓਵਰ ਦਾ ਬਿਜ਼ਨਸ ਅਫੇਅਰ, ਉਹਨਾਂ ਦਾ ਕੋਈ ਡਾਇਰੈਕਟ ਕੰਟਰੋਲ ਨਹੀਂ ਹੁੰਦਾ। ਸੋ that's why they want to take information regarding financial information। ਉਹ ਜਸਟ ਆਪਣੀ ਅਰਨਿੰਗ ਕਪੈਸਿਟੀ ਉਹ ਕਿੰਨੀ ਕੁ ਹੈਗੀ ਆ ਉਹਨਾਂ ਦੀ, ਮਤਲਬ ਜੋ ਉਹਨਾਂ ਨੇ ਇਨਵੈਸਟ ਕੀਤਾ ਉਹਦੇ ਤੋਂ ਤੁਸੀਂ ਉਹਨੂੰ ਕਿੰਨਾ ਜਿਹੜਾ ਆ ਰਿਟਰਨ ਦਿਓਗੇ ਉਹਦੇ ਵਾਸਤੇ ਉਹ ਤੁਹਾਡੇ ਕੋਲ ਇਨਫੋਰਮੇਸ਼ਨ ਲੈਣਾ ਪਸੰਦ ਕਰਦੇ ਨੇ। ਦੈਨ ਕ੍ਰੈਡੀਟਰ ਬੇਟੇ ਉਹ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਪ੍ਰੋਵਾਈਡ ਕਰਵਾਈਆਂ ਹੁੰਦੀਆਂ ਗੁੱਡਸ ਔਨ ਕ੍ਰੈਡਿਟ ਮੀਨਸ ਜਦੋਂ ਅਸੀਂ ਸਿਰਫ ਉਹਨਾਂ ਨੂੰ ਗੁੱਡਸ ਦਿੱਤੀਆਂ ਮਨੀ ਨਹੀਂ ਲਈ ਓਕੇ। ਸੋ ਦੇ ਨੀਡ ਅਕਾਊਂਟਿੰਗ ਇਨਫੋਰਮੇਸ਼ਨ ਟੂ ਸਰਟਨ ਦ ਫਿਨੈਂਸ਼ੀਅਲ ਸਾਊਂਡਨੈਸ ਆਫ ਦਾ ਫਰਮ। ਇਸ ਕਰਕੇ ਉਹਨਾਂ ਨੂੰ ਇਨਫੋਰਮੇਸ਼ਨ ਚਾਹੀਦੀ ਹੁੰਦੀ ਹੈ ਕਿ ਅਗਰ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੇ ਕੋਈ ਤੁਹਾਡੇ ਕੋਲੋਂ ਕ੍ਰੈਡਿਟ ਪਰਚੇਜ਼ ਕਰਨੀ ਹੈ ਜਾਂ ਕ੍ਰੈਡਿਟ ਸੇਲ ਕਰਨੀਆਂ ਨੇ ਤਾਂ ਉਹ ਤੁਹਾਨੂੰ ਈਜ਼ੀਲੀ ਤੁਹਾਡੀ ਇਨਫੋਰਮੇਸ਼ਨ ਦੇ ਬਿਹਾਫ 'ਤੇ ਕਰ ਸਕਣ। ਕ੍ਰੈਡੀਟਰ ਆਰ ਦੋਜ਼ ਪਾਰਟੀ ਹੂ ਸਪਲਾਈ ਗੁੱਡਸ ਔਰ ਸਰਵਿਸਿਜ਼ ਔਨ ਕ੍ਰੈਡਿਟ। ਕ੍ਰੈਡੀਟਰ ਉਹ ਪਾਰਟੀਜ਼ ਹੁੰਦੀਆਂ ਨੇ ਬੇਟੇ ਜਿਹੜੀਆਂ ਤੁਹਾਨੂੰ ਗੁੱਡਸ ਅਤੇ ਸਰਵਿਸਿਜ਼ ਪ੍ਰੋਵਾਈਡ ਕਰਵਾਉਂਦੀਆਂ ਨੇ ਔਨ ਦੀ ਕ੍ਰੈਡਿਟ, ਅਤੇ ਉਹ ਜਾਣ ਸਕਦੀਆਂ ਆ ਕਿ ਉਹਨਾਂ ਨੂੰ ਤੁਸੀਂ ਮਨੀ ਜਿਹੜੀ ਆ ਉਹ ਕਦੋਂ ਪ੍ਰੋਵਾਈਡ ਕਰਵਾਓਗੇ। ਨੈਕਸਟ ਪੁਆਇੰਟ ਦੇਰ ਇਜ਼ ਅ ਗਵਰਨਮੈਂਟ ਨੇ ਬੇਟੇ ਤੁਹਾਡੇ ਕੋਲ ਟੈਕਸ ਲੈਣਾ ਹੁੰਦਾ ਆ। ਸੋ that's why that are linked with your business directly or indirectly because they want to cut GST okay, custom duty so on। then after that researcher ਜਿਹੜੇ ਅਕਾਊਂਟਿੰਗ ਇਨਫੋਰਮੇਸ਼ਨ 'ਤੇ ਵਰਕ ਕਰਦੇ ਪਏ ਹੁੰਦੇ ਨੇ ਉਹਨਾਂ ਨੂੰ ਵੀ ਤੁਹਾਡੀ ਇਨਫੋਰਮੇਸ਼ਨ ਦੀ ਜ਼ਰੂਰਤ ਹੁੰਦੀ ਹੈ ਸੋ ਦੈਟ ਕਿ ਉਹ ਈਜ਼ੀਲੀ ਰਿਸਰਚ ਕਰ ਸਕਣ ਕਿ ਤੁਹਾਡਾ ਜਿਹੜਾ ਬਿਜ਼ਨਸ ਆ ਉਹ ਵਧੀਆ ਚੱਲਦਾ ਪਿਆ ਆ ਜਾਂ ਨਹੀਂ। ਆਫਟਰ ਦੈਟ ਤੁਹਾਡੇ ਕੋਲ ਆ ਗਿਆ ਕੰਜ਼ਿਊਮਰ ਦਾ ਬੇਟੇ ਆਟੋਮੈਟਿਕਲੀ ਉਹਨਾਂ ਨੂੰ ਤੁਸੀਂ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਓਗੇ ਕਿਉਂਕਿ ਉਹਨਾਂ ਨੇ ਤੁਹਾਡੇ ਕੋਲੋਂ ਪ੍ਰੋਡਕਟ ਬਾਏ ਕਰਨਾ ਹੈ ਓਕੇ, ਅਤੇ ਉਹ ਪ੍ਰੋਡਕਟ ਤਾਂ ਹੀ ਬਾਏ ਕਰਨਗੇ ਇਫ ਯੂ ਆਰ ਗੁੱਡ in business okay।
सो एट दी एंड बेटे एक पब्लिक भी होंगी है, पब्लिक मीनस दे वॉन्ट टू इंप्लॉयमेंट, उन्होंने तुहाडे कोल इंप्लॉयमेंट चाहिए होंगी है। सो वेखते हैं कि अगर इन्हों की अकाउंटिंग इन्फॉर्मेशन वधिया होएगी तो सैलरी सानू ज़्यादा वधिया प्रोवाइड करवाएंगे। ओके, सो उहदे रिगार्डिंग वो डिसीजन ले सकते हैं। सो बेटे दिस इज़ योर फर्स्ट चैप्टर, प्लीज़ रिवाइज all the student and those student who are new in commerce stream, please understand all data, and if you have any query you can ask me through my WhatsApp number. This is the starting of your revision. Okay, now let us start your revision. Okay, तो इस चैप्टर ਦੇ ਵਿੱਚੋਂ बेटे सिर्फ ਤੁਹਾਡੇ ਕੋਲ ਕਿਹੜਾ टॉपिक रह गया, that is a bookkeeping, accountancy and accounting information। इन्ना ही अकाउंट टॉपिक जोड़ा है करवाने वाला रह गया आ। उस तो अलावा जड़ियाँ मतलब तुहाडियां इहदे विच टर्म्स हैगियां ने, टॉपिक जोड़े बुक दे विच दिते हुए, दैट आर डिलीटेड फ्रॉम द सिलेबस। ओके, सो इफ़ यू हैव एनी क्वेरी यू कैन आस्क मी थ्रू WhatsApp number. Thanks and have a nice day.